ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੋਂਦ ਵੇਖ ਰਹੇ ਹੋ ਤੁਸੀਂ। ਮੈਂ ਹਾਂ ਹਰਲੀਨ ਕੌਰ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਹੋਣੇ ਹੋ। ਜਿਵੇਂ ਕਿ ਅਸੀਂ ਸਾਰੇ ਜਾਣੂ ਹਾਂ ਕਿ ਅਗਰ ਅਸੀਂ 12th ਤੋਂ ਬਾਅਦ ਦੀ ਗੱਲ ਕਰੀਏ ਤਾਂ ਬੱਚੇ ਨਾ ਉਹ ਜੋ ਟਾਈਮ ਹੁੰਦਾ ਹੈ ਬੱਚਿਆਂ ਲਈ, ਉਹ ਬਹੁਤ ਕਨਫਿਊਜ਼ਨ ਵਾਲਾ ਟਾਈਮ ਹੁੰਦਾ ਹੈ। ਕਿਉਂਕਿ ਅਗਰ ਅਸੀਂ 12th ਤੋਂ ਪਹਿਲੇ ਦੀ ਗੱਲ ਕਰੀਏ ਤਾਂ ਬੱਚੇ ਨੂੰ ਪਤਾ ਹੈ ਇੱਕ ਕਲਾਸ ਪਾਸ ਹੋਏਗਾ ਅਤੇ ਇਸੇ ਸਕੂਲ ਵਿੱਚ ਪੜ੍ਹਨਾ ਹੈ ਅਤੇ ਅੱਗੇ ਮੇਰੀ ਐਜੂਕੇਸ਼ਨ ਜਾ ਰਹੀ ਹੈ ਅਤੇ ਕਨਫਾਈਨਡ ਨੇਚਰ ਹੁੰਦਾ ਹੈ। ਲੇਕਿਨ ਅਗਰ ਅਸੀਂ 12th ਤੋਂ ਬਾਅਦ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਨਾ ਬਹੁਤ ਕਿਓਸ ਹੁੰਦਾ ਹੈ ਬੱਚਿਆਂ ਵਿੱਚ ਕਿ ਕਿਹੜੀ ਯੂਨੀਵਰਸਿਟੀ ਮੈਂ ਚੂਜ਼ ਕਰਨੀ ਹੈ, ਕਿਹੜਾ ਕੋਰਸ ਮੈਂ ਚੂਜ਼ ਕਰਨਾ ਹੈ। ਅਤੇ ਇੱਦਾਂ ਵੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਬੱਚੇ ਕਿਤੇ ਐਡਮਿਸ਼ਨ ਕਰਵਾ ਦਿੰਦੇ ਨੇ, ਫਿਰ ਫੈਸਿਲਿਟੀਜ਼ ਵਧੀਆ ਨਹੀਂ ਹੁੰਦੀ, ਫੈਕੈਲਿਟੀ ਵਧੀਆ ਨਹੀਂ ਹੁੰਦੀ ਅਤੇ ਵਾਪਸ ਆਉਣਾ ਪੈਂਦਾ, ਫਿਰ ਉਹਨਾਂ ਦਾ ਸਾਲ ਮਾਰਾ ਜਾਂਦਾ ਹੈ, ਟਾਈਮ ਵੇਸਟ ਹੋ ਜਾਂਦਾ ਹੈ। ਅਤੇ ਇਸ ਸਾਰੇ ਚੀਜ਼ ਵਾਸਤੇ ਅਸੀਂ ਗੱਲਬਾਤ ਕਰਾਂਗੇ ਬਲਰਾਜ ਸਿੰਘ ਜੀ ਤੋਂ, ਜੋ ਡਾਇਰੈਕਟਰ ਪਲੇਸਮੈਂਟ ਨੇ ਕਲਗੀਧਰ ਟਰੱਸਟ ਦੇ। ਅਤੇ ਮੈਨੂੰ ਲੱਗਦਾ ਇਹਨਾਂ ਤੋਂ ਬਿਹਤਰ ਸਾਨੂੰ ਇਸ ਬਾਰੇ 'ਚ ਕੋਈ ਸਾਨੂੰ ਨਹੀਂ ਦੱਸ ਸਕਦਾ। ਪਹਿਲੇ ਤਾਂ ਸਤਿ ਸ਼੍ਰੀ ਅਕਾਲ ਅੰਕਲ ਜੀ, ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਤੁਹਾਡੀ ਮੈਂ ਟਰੱਸਟ ਦੀ ਗੱਲ ਕਰਾਂ, ਕਲਗੀਧਰ ਟਰੱਸਟ, ਅਤੇ ਉਸ ਟਰੱਸਟ ਬਾਰੇ ਕੀ ਤੁਸੀਂ ਪ੍ਰੋਗਰਾਮਸ ਪ੍ਰੋਵਾਈਡ ਕਰਦੇ ਹੋ? ਮਤਲਬ ਕਿ ਬੇਸਿਕਲੀ ਟਰੱਸਟ ਤੁਹਾਡਾ ਹੈ ਕੀ, ਅਤੇ ਉਸ ਬਾਰੇ ਤੁਸੀਂ ਇੱਕ ਸਾਡੇ ਵਿਊਵਰਸ ਨੂੰ ਦੱਸੋ। ਕਲਗੀਧਰ ਟਰੱਸਟ ਬੜੂ ਸਾਹਿਬ ਇਜ਼ ਅ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਔਰ ਇਸ ਦੇ ਤਹਿਤ ਕਾਫੀ ਵਿਦਿਅਕ ਅਦਾਰੇ ਸਾਡੇ ਜਿਹੜੇ ਹੈ ਚੱਲ ਰਹੇ ਹਨ, ਜਿਹਦੇ ਵਿੱਚ 129 ਸਕੂਲਸ ਹੈਗੇ ਹਨ, 2 ਯੂਨੀਵਰਸਿਟੀਜ਼ ਹੈਗੇ ਹਨ। ਜਿਹਦੇ ਵਿੱਚ 1 ਇਜ਼ ਇਟਰਲਨ ਯੂਨੀਵਰਸਿਟੀ ਫॉर ਗਰਲਸ, ਜਿਹੜੀ ਬੜੂ ਸਾਹਿਬ 'ਚ ਸਥਾਪਿਤ ਹੈਗੀ ਹੈ, 2009 ਤੋਂ ਯੂਨੀਵਰਸਿਟੀ ਚੱਲ ਰਹੀ ਹੈ। ਸੈਕਿੰਡ ਯੂਨੀਵਰਸਿਟੀ ਵਾਸ ਸਟੈਬਲਿਸ਼ਡ ਇਨ 2016 ਐਜ਼ ਅਕਾਲ ਯੂਨੀਵਰਸਿਟੀ ਇਨ ਤਲਵੰਡੀ ਸਾਬੋ, ਜਿਹੜੀ ਕੋਵਿਡ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਸਾਡਾ 248 ਬੈੱਡ ਦਾ ਹੌਸਪੀਟਲ ਵੀ ਹੈਗਾ, ਚੈਰੀਟੇਬਲ ਹੌਸਪੀਟਲ ਹੈ, ਪਲੱਸ 3 ਨਸ਼ਾ ਛਡਾਊ ਕੇਂਦਰ ਵੀ ਸਾਡੇ ਹੈਗੇ ਹਨ। ਔਰ ਇਹ ਸੰਸਥਾ ਪਿਛਲੇ 40 ਸਾਲਾਂ ਤੋਂ ਵਿੱਦਿਆ ਦੇ ਖੇਤਰ ਦੇ ਵਿੱਚ ਉੱਚੀਆਂ ਉਡਾਨ ਭਰ ਰਹੀ ਹੈ। ਅਤੇ ਤੁਸੀਂ ਸੁਣ ਹੀ ਲਿਆ ਹੋਏਗਾ ਕਿ ਅਗਰ ਅਸੀਂ ਟਰੱਸਟ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਜੋ ਟਰੱਸਟ ਦਾ ਸਹੀ ਅਗਰ ਅਸੀਂ ਐਗਜ਼ਾਮਪਲ ਦਈਏ ਤਾਂ ਇਹਨਾਂ ਤੋਂ ਵਧੀਆ ਸ਼ਾਇਦ ਕੋਈ ਨਹੀਂ ਦੇ ਸਕਦਾ। ਬਿਕਾਜ਼ ਇਹ ਨਸ਼ਾ ਛਡਾਊ ਕੇਂਦਰ, ਯੂਨੀਵਰਸਿਟੀਜ਼, ਕੁੜੀਆਂ ਲਈ ਅਲੱਗ, ਸਾਡੀ ਭੈਣਾਂ ਲਈ ਅਲੱਗ, ਕੋ ਵੀ ਦਿੰਦੇ ਨੇ। ਅਤੇ ਇਟਸ ਲਾਈਕ ਮੈਨੂੰ ਲੱਗਦਾ ਹੈ ਕਿ ਇੱਕ ਮਿਕਸਚਰ ਸਾਰਾ ਕੁਝ ਤੁਹਾਨੂੰ ਵਧੀਆ ਚੀਜ਼ਾਂ ਦਾ ਇੱਥੇ ਮਿਲੇਗਾ। ਅਗਰ ਸਰ ਮੈਂ ਗੱਲ ਕਰਾਂ ਤੁਹਾਡੀ ਇਟਰਨਲ ਯੂਨੀਵਰਸਿਟੀ ਦੀ ਬੜੂ ਸਾਹਿਬ ਦੀ, ਅਤੇ ਉੱਥੇ ਲਾਈਕ ਅਗਰ ਅਸੀਂ ਕੁੜੀਆਂ ਦੀ ਸੁਰੱਖਿਆ ਦੀ ਗੱਲ ਕਰੀਏ, ਕਿਉਂਕਿ ਅਗਰ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਸਭ ਤੋਂ ਜੋ ਮੈਨੂੰ ਲੱਗਦਾ ਹਾਈਲਾਈਟਡ ਮੁੱਦਾ ਰਹਿੰਦਾ ਹੈ ਹਮੇਸ਼ਾ ਔਰਤਾਂ ਦਾ ਰਹਿੰਦਾ ਹੈ, ਕੁੜੀਆਂ ਦਾ ਰਹਿੰਦਾ ਸਾਡੀ। ਕਿਉਂਕਿ ਇੱਥੇ ਤੋਂ ਕਿਉਂਕਿ ਕਸ਼ਮੀਰ ਦੀ ਅਗਰ ਮੈਂ ਗੱਲ ਕਰਾਂ ਤਾਂ ਅਸੀਂ ਇੱਕ ਇਹੋ ਜਿਹੀ ਸੁਸਾਇਟੀ ਵਿੱਚ ਰਹਿੰਦੇ ਹਾਂ, ਕਨਫਾਈਨਡ ਸੁਸਾਇਟੀ ਵਿੱਚ ਰਹਿੰਦੇ। ਅਸੀਂ ਥੋੜ੍ਹੀ ਬਾਹਰ ਦੀ ਦੁਨੀਆ, ਮਤਲਬ ਇੱਥੇ ਦੇ ਲੋਕ ਨਹੀਂ ਉਨੀ ਦੇਖ ਪਾਉਂਦੇ। ਅਗਰ ਅਸੀਂ ਪੇਰੈਂਟਸ ਦੀ ਗੱਲ ਕਰੀਏ ਤਾਂ ਪੇਰੈਂਟਸ ਹਮੇਸ਼ਾ ਆਪਣੇ ਬੱਚਿਆਂ ਨੂੰ ਲੈ ਕੇ, ਖਾਸ ਕਰਕੇ ਕੁੜੀਆਂ ਨੂੰ ਲੈ ਕੇ ਨਾ ਹਮੇਸ਼ਾ ਵਰੀਡ ਰਹਿੰਦੇ ਨੇ। ਅਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਵਰਸ ਨੂੰ? ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਟਰਨਲ ਯੂਨੀਵਰਸਿਟੀ ਇਜ਼ ਡੈਡੀਕੇਟਡ ਓਨਲੀ ਫॉर ਗਰਲ ਚਾਈਲਡ, ਉਹਦਾ ਕਾਰਨ ਇਹੋ ਹੀ ਹੈਗਾ ਕਿ ਅਸੀਂ ਵੀ ਵਾਂਟ ਟੂ ਗਿਵ ਸੇਫ ਐਂਡ ਸਿਕਿਉਰ ਇਨਵਾਇਰਮੈਂਟ ਫॉर ਆਵਰ ਗਰਲ ਚਾਈਲਡ। ਮਾਂ ਬਾਪ ਵਾਸਤੇ ਸਭ ਤੋਂ ਵੱਡਾ ਫਿਕਰ ਇਹ ਰਹਿੰਦਾ ਹੈ ਕਿ ਜਿਹੜੀ ਸਾਡੀ ਬੱਚੀ ਦੂਜੇ ਸਟੇਟ ਵਿੱਚ ਪੜ੍ਹਨ ਵਾਸਤੇ ਜਾ ਰਹੀ ਹੈ, ਸਭ ਤੋਂ ਪਹਿਲੀ ਪ੍ਰਾਇਰਟੀ ਮਾਂ ਬਾਪ ਦੀ ਖਾਸ ਤੌਰ 'ਤੇ ਇਹ ਹੁੰਦੀ ਹੈ ਕਿ ਉਹ ਬੱਚੀ ਸੇਫ ਐਂਡ ਸਿਕਿਉਰ ਇਨਵਾਇਰਮੈਂਟ ਦੇ ਵਿੱਚ ਆਪਣੀ ਹਾਇਰ ਸਟੱਡੀਜ਼ ਪੂਰੀ ਕਰੇ। ਪਲੱਸ ਇਟਰਨਲ ਯੂਨੀਵਰਸਿਟੀ ਇਜ਼ ਨੋਨ ਫॉर ਕੁਆਲਿਟੀ ਐਜੂਕੇਸ਼ਨ in the field of agriculture, nursing, engineering, management, commerce, economics, basic sciences and social sciences. We do have a B.Ed college as well. ਔਰ ਅਸੀਂ ਇਹੋ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਲੈਬ, ਇਨਫਰਾਸਟਰਕਚਰ, ਬੈਸਟ ਫੈਕਲਟੀ ਅਸੀਂ ਮੁਹੱਈਆ ਕਰਾਈਏ ਬੱਚਿਆਂ ਨੂੰ, ਤਾਂ ਕਿ ਉਹ ਆਪਣੀ ਉਚੇਰੀ ਸਿੱਖਿਆ, ਹਾਇਰ ਐਜੂਕੇਸ਼ਨ ਜਿਹੜੀ ਹੈ ਉਹ ਵਰਲਡ ਕਲਾਸ ਇਨਵਾਇਰਮੈਂਟ ਵਿੱਚ ਲੈ ਸਕਣ। ਔਰ ਜੇ ਮੈਂ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੀ ਗੱਲ ਕਰਾਂ, ਸਾਡੇ 7 ਕਾਲਜਸ ਚੱਲ ਰਹੇ ਨੇ, ਜਿਹਦੇ ਵਿੱਚ ਅਕਾਲ ਕਾਲਜ ਆਫ ਨਰਸਿੰਗ ਹੈ, ਅਕਾਲ ਕਾਲਜ ਆਫ ਐਜੂਕੇਸ਼ਨ ਹੈ ਜੋ ਸਾਡਾ B.Ed ਕਾਲਜ ਹੈ, ਅਕਾਲ ਕਾਲਜ ਆਫ ਆਰਟਸ ਐਂਡ ਸੋਸ਼ਲ ਸਾਇੰਸਿਸ ਹੈ ਜਿਹਦੇ ਵਿੱਚ ਸਾਈਕੋਲੋਜੀ ਵਰਗੇ ਕੋਰਸਿਸ ਚੱਲ ਰਹੇ ਨੇ। ਸਾਡਾ ਹੈਗਾ ਅਕਾਲ ਕਾਲਜ ਆਫ ਇੰਜੀਨੀਅਰਿੰਗ ਹੈਗਾ ਜਿਹਦੇ ਵਿੱਚ B.Tech ਕੰਪਿਊਟਰ ਸਾਇੰਸ ਐਂਡ ਮਸ਼ੀਨ ਲਰਨਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਕੋਰਸ ਚੱਲ ਰਹੇ ਨੇ। ਸਾਡਾ ਅਕਾਲ ਕਾਲਜ ਆਫ ਇਕਨੋਮਿਕਸ, ਕਾਮਰਸ ਐਂਡ ਮੈਨੇਜਮੈਂਟ ਹੈਗਾ ਜਿਹਦੇ ਵਿੱਚ ਅਸੀਂ BBA, BCom, MBA ਬਿਜ਼ਨਸ ਐਨਾਲਿਟਿਕਸ ਅਸੀਂ ਸ਼ੁਰੂ ਕੀਤਾ ਹੈ। ਇਹ ਓਨਲੀ ਗਰਲਸ ਯੂਨੀਵਰਸਿਟੀ ਹੈਗੀ ਹੈ ਔਰ ਇਹ ਸਾਰੇ ਕੋਰਸਿਸ ਜਿਹੜੇ ਹੈ ਇਹ ਗਰਲਸ ਨੂੰ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ। ਔਰ ਸਾਡੇ ਕੋਲ ਜਿਸ ਤਰ੍ਹਾਂ ਐਗਰੀਕਲਚਰ ਦੀ ਮੈਂ ਗੱਲ ਕੀਤੀ, ਵੀ ਆਰ ਦਾ ਓਨਲੀ ਪ੍ਰਾਈਵੇਟ ਯੂਨੀਵਰਸਿਟੀ ਇਨ ਹਿਮਾਚਲ ਪ੍ਰਦੇਸ਼ ਟੂ ਹੈਵ ਦੀ ਪ੍ਰੈਸਟੀਜੀਅਸ ICAR accreditation for our BSc ਐਗਰੀਕਲਚਰ ਪ੍ਰੋਗਰਾਮ। ਔਰ
ਇੰਡੀਅਨ ਨਰਸਿੰਗ ਕੌਂਸਲ ਤੋਂ ਸਾਡੇ ਨਰਸਿੰਗ ਕੋਰਸਿਸ ਜਿਹੜੇ ਅਪਰੂਵਡ ਨੇ, ਔਰ ਸਾਡਾ ਜਿਹੜਾ ਨਰਸਿੰਗ ਕਾਲਜ ਹੈ 2008 ਤੋਂ ਇਟ ਵਾਸ ਦ ਫਰਸਟ ਪ੍ਰਾਈਵੇਟ ਨਰਸਿੰਗ ਕਾਲਜ ਆਫ ਹਿਮਾਚਲ ਪ੍ਰਦੇਸ਼। ਈਵਨ ਸਾਡੇ ਨਰਸਿੰਗ ਕਾਲਜ ਦੀ ਜਿਹੜੀ ਬੱਚੀਆਂ ਹੈਗੀਆਂ ਨੇ ਉਹ ਲੈਫਟੀਨੈਂਟ ਰੈਂਕ ਤੱਕ ਸਿਲੈਕਟ ਹੋਈਆਂ ਨੇ ਇਨ ਇੰਡੀਅਨ ਆਰਮੀ, ਔਰ ਕੁਝ ਮੇਜਰ ਰੈਂਕ ਤੱਕ ਵੀ ਪਹੁੰਚੀਆਂ ਨੇ। ਔਰ ਸਿਮਿਲਰ ਇਜ਼ ਵਿਦ ਅਦਰ ਪ੍ਰੋਗਰਾਮਸ, ਉੱਥੇ 100% ਪਲੇਸਮੈਂਟਸ ਹੈਗਾ ਵੇ। ਵੀ ਆਲਸੋ ਵਰਕ ਔਨ ਦੀ ਹਾਈ ਇੰਪਲੋਏਬਿਲਿਟੀ ਆਫ ਆਵਰ ਗ੍ਰੈਜੂਏਟਸ, ਜਿਹਦੇ ਵਿੱਚ ਅਸੀਂ ਹਾਇਰ ਪੈਕੇਜਸ ਦੇ ਵਿੱਚ ਬੱਚਿਆਂ ਨੂੰ ਪਲੇਸ ਕਰਾਉਂਦੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਇੱਕ ਚੰਗੇ ਤਰੀਕੇ ਨਾਲ ਮੇਨਟੇਨ ਕੀਤਾ ਜਾ ਸਕੇ। ਅਪਾਰਟ ਫਰਮ ਦਿਸ ਅਸੀਂ ਇਸ ਚੀਜ਼ 'ਤੇ ਵੀ ਕੰਮ ਕਰਦੇ ਹਾਂ ਕਿ ਅਸੀਂ ਬੱਚਿਆਂ ਦੀ ਸੋਸ਼ਲ ਇਕਨੋਮਿਕ ਚੇਂਜ ਲੈ ਕੇ ਆਈਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫॉर द ਵੀਕਰ ਸੈਕਸ਼ਨ ਆਫ ਦ ਸੋਸਾਇਟੀ। ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਵੀ ਆਰ ਆਫਰਿੰਗ up to 100% scholarship in most of the programs, or as I told in the beginning कि साडी ये non-profit organization हैगी है, right? And we have invested a lot on our faculty, a lot on lab and infrastructure. ਤੇ ਤੁਸੀਂ ਸੁਣ ਹੀ ਲਿਆ ਸਾਰੀ ਜੋ ਸਿਫਤਾਂ ਨੇ ਸਰ ਨੇ ਜੋ ਕੀਤੀ, ਮਤਲਬ ਸਾਰਾ ਕੁਝ ਇਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਅਗਰ ਅਸੀਂ ਕੋਰਸਿਸ ਦੀ ਗੱਲ ਕਰੀਏ, ਫੈਕਲਟੀ ਦੀ ਗੱਲ ਕਰੀਏ, ਫੈਸਿਲਿਟੀਜ਼ ਦੀ ਗੱਲ ਕਰੀਏ, ਤੇ ਤੁਹਾਨੂੰ ਸਾਰਾ ਕੁਝ ਪੈਕੇਜ ਉੱਥੇ ਮਿਲ ਰਿਹਾ ਹੈ। ਤੇ ਇਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਇਹਨਾਂ ਦੀ ਯੂਨੀਵਰਸਿਟੀਜ਼ ਤੋਂ ਜੋ ਬੱਚੀਆਂ ਨੇ ਉਹ ਲੈਫਟੀਨੈਂਟ ਮੇਜਰ ਦੀ ਰੈਂਕ ਤੱਕ ਵੀ ਸਿਲੈਕਟ ਹੋਈਆਂ ਨੇ। ਸੋ ਮੈਨੂੰ ਲੱਗਦਾ ਫਿਰ ਸਾਨੂੰ ਕੋਈ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਇਹੋ ਜਿਹੇ ਬੱਚੇ ਕਿਸੇ ਯੂਨੀਵਰਸਿਟੀ ਤੋਂ ਨਿਕਲ ਕੇ ਸਾਡੇ ਸਾਹਮਣੇ ਆਉਂਦੇ ਨੇ। ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿ ਅਸੀਂ ਉੱਥੇ ਜਾ ਕੇ ਪੁੱਛੀਏ ਕਿ ਤੁਹਾਡੀ ਯੂਨੀਵਰਸਿਟੀ ਕਿਹੋ ਜਿਹੀ, ਕਿਉਂਕਿ ਉੱਥੇ ਦੇ ਬੱਚੇ ਹੀ ਉਸ ਯੂਨੀਵਰਸਿਟੀ ਦੀ ਮਿਸਾਲ ਬਣ ਜਾਂਦੇ ਨੇ। ਤੇ ਅਗਰ ਮੈਂ ਸਰ ਤੁਹਾਡੀ ਅਕਾਲ ਯੂਨੀਵਰਸਿਟੀ ਦੀ ਗੱਲ ਕਰੀਏ, ਤੇ ਜੋ ਅਕਾਲ ਯੂਨੀਵਰਸਿਟੀ ਹੈ ਉਸ ਦੇ ਬਾਰੇ ਤੁਸੀਂ ਸਾਡੇ ਵਿਊਅਰਸ ਨੂੰ ਦੱਸੀਏ। After successfully establishing Italian University for Girls at Badu Sahib in 2009, ਸਾਡੇ ਕੋਲ ਬਾਬਾ ਜੀ ਕੋਲ ਬੇਨਤੀਆਂ ਕੀਤੀਆਂ ਸੰਗਤ ਨੇ ਕਿ ਸਾਡੇ ਮੁੰਡੇ ਵੀ ਹੈਗੇ ਨੇ ਜਿਹੜੇ ਹਾਇਰ ਐਜੂਕੇਸ਼ਨ ਪਰਸਿਊ ਕਰਨਾ ਚਾਹੁੰਦੇ ਨੇ, ਤੇ ਆਪ ਜੀ ਉਹਨਾਂ ਵਾਸਤੇ ਵੀ ਇੱਕ ਸੰਸਥਾ ਜਿਹੜੀ ਹੈ ਕੋਲ ਉੱਥੇ ਗੁਰਕਾਸ਼ੀ, ਗੁਰੂ ਦੀ ਕਾਸ਼ੀ ਦੀ ਜਿਹੜੀ ਧਰਤੀ ਹੈ ਉੱਥੇ ਇਜ਼ ਨੋਨ ਫॉर दैट। ਅਸੀਂ ਫਿਰ ਉੱਥੇ ਅਕਾਲ ਯੂਨੀਵਰਸਿਟੀ 2016 'ਚ ਸ਼ੁਰੂ ਕੀਤੀ, ਔਰ ਉਹਦੇ ਵਿੱਚ ਅਸੀਂ BA ਰਿਲੀਜੀਅਸ ਸਟੱਡੀਜ਼ ਕਰਵਾ ਰਹੇ ਹਾਂ, ਦੈਟ ਇਜ਼ ਫ੍ਰੀ ਆਫ ਕਾਸਟ ਫॉर ਗੁਰਸਿੱਖ ਸਟੂਡੈਂਟਸ। ਅਪਾਰਟ ਫਰਮ ਦਿਸ ਅਸੀਂ ਨਰਸਿੰਗ ਇੰਜੀਨੀਅਰਿੰਗ ਕਾਲਜ ਵੀ ਉੱਥੇ ਰਨ ਕਰ ਰਹੇ ਹਾਂ, ਜਿਹਦੇ ਵਿੱਚ ਸਾਡੇ BTech ਕੰਪਿਊਟਰ ਸਾਇੰਸ ਐਂਡ ਕਰਵਾ ਰਹੇ ਹਾਂ, ਡੇਟਾ ਸਾਇੰਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ। ਅਪਾਰਟ ਫਰਮ ਦਿਸ ਅਸੀਂ ਉੱਥੇ ਆਰਟਸ, ਸੋਸ਼ਲ ਸਾਇੰਸਿਸ, ਬੇਸਿਕ ਸਾਇੰਸਿਸ ਵਰਗੇ ਪ੍ਰੀਮੀਅਮ ਕੋਰਸਿਸ ਵੀ ਚਲਾ ਰਹੇ ਹਾਂ, ਫਿਜ਼ੀਓਥੈਰੇਪੀ, ਪੈਰਾਮੈਡੀਕਲ ਕੋਰਸਿਸ ਵੀ ਅਸੀਂ ਚਲਾ ਰਹੇ ਹਾਂ ਉੱਥੇ। ਲੇਕਿਨ ਜਿਹੜਾ ਇੱਕ ਯੂਨੀਕ ਪਾਰਟ ਮੈਨੂੰ ਇਸ ਯੂਨੀਵਰਸਿਟੀ ਵਿੱਚ ਲੱਗਦਾ, ਬਿਕੋਜ਼ ਆਈ ਹੈਵ ਵਰਕਡ ਵਿਦ ਮੈਨੀ ਆਫ ਦ ਪ੍ਰਾਈਵੇਟ ਯੂਨੀਵਰਸਿਟੀਜ਼, ਅਕਾਲ ਯੂਨੀਵਰਸਿਟੀ ਦੇ ਵਿੱਚ ਅਸੀਂ ਫ੍ਰੀ ਕੋਚਿੰਗ ਦੇ ਰਹੇ ਹਾਂ ਫॉर UPSC, NDA, CDS, CA, ਜਿਤਨੇ ਵੀ ਕੰਪੀਟੀਟਿਵ ਐਗਜ਼ਾਮਸ ਹੈਗੇ ਨੇ ਉਹਨਾਂ ਲਈ ਸਾਡਾ ਇੱਕ ਸੈਪਰੇਟ ਡਿਪਾਰਟਮੈਂਟ ਹੈਗਾ ਹੈ, ਜਿਹਦੇ ਵਿੱਚ ਵੀ ਹੈਵ ਹਾਇਰਡ ਬੈਸਟ ਆਫ ਦੀ ਫੈਕਲਟੀ ਜੋ ਕਿ ਸਾਡੇ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮਸ ਅਪਾਰਟ ਫਰਮ ਦੇਅਰ ਰੈਗੂਲਰ ਸਟੱਡੀਜ਼ ਕਰਵਾ ਰਹੇ ਨੇ, ਐਂਡ ਦੈਟ ਇਜ਼ ਵੈਰੀ ਯੂਨੀਕ। ਸੈਕੰਡਲੀ, ਜੇ ਮੈਂ ਸਕਸੈਸ ਸਟੋਰੀਜ਼ ਦੀ ਗੱਲ ਕਰਾਂ, ਰੀਸੈਂਟਲੀ ਸਾਡੇ ਜਿਹੜੇ ਬੱਚੇ ਹੈ ਉਹ ਆਲ ਇੰਡੀਆ ਰੈਂਕ, ਬਹੁਤ ਹੀ ਡੀਸੈਂਟ ਆਲ ਇੰਡੀਆ ਰੈਂਕ ਉਹਨਾਂ ਨੇ ਸਕੋਰ ਕੀਤਾ ਹੈ, ਔਰ ਆਈ ਥਿੰਕ ਮੇਰੇ ਹਿਸਾਬ ਨਾਲ ਪੂਰੇ ਹਿੰਦੁਸਤਾਨ 'ਚ ਕੋਈ ਇਸ ਤਰ੍ਹਾਂ ਦੀ ਯੂਨੀਵਰਸਿਟੀ ਨਹੀਂ ਹੈਗੀ ਜਿਹੜੀ ਰੈਗੂਲਰ ਡਿਗਰੀ ਪ੍ਰੋਗਰਾਮਸ ਦੇ ਨਾਲ ਬੱਚਿਆਂ ਨੂੰ ਇਤਨੀ ਕੰਪੀਟੀਟਿਵ ਐਗਜ਼ਾਮਸ ਦੀ ਵੀ ਤਿਆਰੀ ਕਰਾਏ। ਦੈਟ ਇਜ਼ ਆਈ ਥਿੰਕ ਵੈਰੀ ਯੂਨੀਕ ਇਨ ਇਟਸੈਲਫ, ਐਂਡ ਵੀ ਆਰ ਡੈਡੀਕੇਟਿਡ ਟੂ ਆਫਰ best quality education and also work on the employability, as I told before, for Italian University. So this is what we have been doing. Secondly, recently ਅਸੀਂ ਇੱਕ ਕੋਰਸ ਲਾਂਚ ਕੀਤਾ ਹੈ ਅਕਾਲ ਯੂਨੀਵਰਸਿਟੀ ਦੇ ਵਿੱਚ, ਔਰ ਉਹਨੂੰ ਅਸੀਂ ਇਟਾਲੀਅਨ ਯੂਨੀਵਰਸਿਟੀ 'ਚ ਵੀ ਲੈ ਕੇ ਆਏ ਹਾਂ। ਸਾਡਾ ਪਾਇਲਟ ਬੈਚ ਸੀਗਾ 2 ਸਾਲ ਪਹਿਲਾਂ, ਅਸੀਂ MBA ਬਿਜ਼ਨਸ ਐਨਾਲਿਟਿਕਸ ਸ਼ੁਰੂ ਕੀਤਾ ਸੀਗਾ ਵਿਦ ਦ ਸਪੋਰਟ ਐਂਡ ਗਾਈਡੈਂਸ ਆਫ ਡਾਕਟਰ ਗੁਰਪ੍ਰੀਤ ਢਿੱਲੋਂ, who is himself a professor in a very reputed American university. तो सारा सिलेबस और ਜਿਹੜੀ ਫੈਕਲਟੀ ਹਾਇਰਿੰਗ ਹੈ ਉਹਦੇ ਵਿੱਚ ਸਾਡੇ ਕੋਲ ਲਗਭਗ 50% ਪ੍ਰੋਫੈਸਰਸ ਫਰਮ ਅਦਰ ਕੰਟਰੀਜ਼ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੇ ਨੇ, ਔਰ ਉਹਦਾ ਸਿਲੇਬਸ ਜਿਹੜਾ ਹੈ ਉਹ ਇੰਡਸਟਰੀ ਤੋਂ ਅਸੀਂ ਸਾਰਾ ਕਰਵਾਇਆ ਹੈ ਤਾਂ ਕਿ ਅਸੀਂ ਕੰਪੈਟੀਟਿਵ ਬੱਚਿਆਂ ਨੂੰ ਜਿਹੜਾ ਹੈ ਤਿਆਰੀ ਕਰ ਸਕੀਏ ਔਰ ਉਹਨਾਂ ਨੂੰ ਇੰਡਸਟਰੀ ਰੈਡੀ ਬਣਾ ਸਕੀਏ ਫॉर ਹਾਈਐਸਟ ਪੇਇੰਗ ਜੌਬਸ। ਔਰ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਕਿ ਸਾਡੇ ਜਿਹੜੇ ਬੱਚੇ, ਸਾਡਾ ਪਹਿਲਾ ਜਿਹੜਾ ਪਾਇਲਟ ਬੈਚ ਨਿਕਲਿਆ ਹੈ ਉਹਦਾ ਐਵਰੇਜ ਪੈਕੇਜ ਹੈ 8.5 ਲੱਖ ਰੁਪਈਆ, ਔਰ 3 ਬੱਚੀਆਂ ਸਾਡੀ US ਚਲੀਆਂ ਨੇ ਔਰ ਬਾਕੀ ਬੱਚਿਆਂ ਦਾ ਇੰਡੀਅਨ ਪਲੇਸਮੈਂਟ ਹੋਈ ਹੈ। ਤੋ ਆਈ ਥਿੰਕ ਉਸ ਚੀਜ਼ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਜਿਸ ਤਰ੍ਹਾਂ BTech ਕੰਪਿਊਟਰ ਸਾਇੰਸ ਦੇ ਵਿੱਚ ਅਸੀਂ ਡੇਟਾ ਸਾਇੰਸ ਨੂੰ ਲੈ ਕੇ ਆਏ ਹਾਂ, BCA ਦੇ ਵਿੱਚ ਅਕਾਲ ਯੂਨੀਵਰਸਿਟੀ ਦੇ ਵਿੱਚ ਅਸੀਂ ਡੇਟਾ ਐਨਾਲਿਟਿਕਸ ਵਰਗੇ ਕੋਰਸ ਲਾਂਚ ਕੀਤੇ ਨੇ। ਐਜ਼ ਵੀ ਆਲ ਨੋ ਦੈਟ ਫਿਊਚਰ ਇਜ਼ ਟੈਕਨੋਲੋਜੀ, ਐਂਡ ਟੈਕਨੋਲੋਜੀ ਮੀਨਸ ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ, ਬਲੌਕਚੇਨ, ਸਾਈਬਰ ਸਿਕਿਉਰਿਟੀ।
ਸੋ ਇਫ ਅਸੀਂ ਆਪਣੀ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਆਪਣੀ ਕਮਿਊਨਿਟੀ ਨੂੰ ਅੱਗੇ ਲੈਣਾ ਚਾਹੁੰਦੇ ਹਾਂ, ਤੇ ਸਾਨੂੰ ਟੈਕਨੋਲੋਜੀ ਬੇਸਡ ਕੋਰਸਿਸ ਨੂੰ ਆਪਟ ਕਰਨ ਦੀ ਲੋੜ ਹੈਗੀ ਹੈ। ਰਿਵਾਇਤੀ ਕੋਰਸ ਜਿਹੜੇ ਆ ਉਸ ਤੋਂ ਹਟ ਕੇ ਸਾਨੂੰ ਟੈਕਨੋਲੋਜੀ ਬੇਸਡ ਕੋਰਸਿਸ ਦੇ ਉੱਤੇ ਬੱਚਿਆਂ ਨੂੰ ਕੋਰਸਿਸ ਆਪਟ ਕਰਨੇ ਚਾਹੀਦੇ ਨੇ, ਸੋ ਦੈਟ ਦੇ ਕੈਨ ਬੀ ਫਿਊਚਰ ਰੈਡੀ ਐਂਡ ਇੰਡਸਟਰੀ ਰੈਡੀ। ਤੇ ਬਹੁਤ ਸੋਹਣੀ ਗੱਲ ਸਰ ਨੇ ਕਹੀ ਕਿ ਜਿਵੇਂ ਕਿ ਜੋ ਸਾਡਾ ਜੋ ਫਿਊਚਰ ਹੈ ਉਹ ਸੱਚਮੁੱਚ ਇੱਕ AI ਦਾ ਜ਼ਮਾਨਾ ਹੁਣ ਆਉਣ ਵਾਲਾ ਹੈ, ਵੈਸੇ ਆ ਵੀ ਗਿਆ, ਡਿਜੀਟਲ ਵਰਲਡ ਦਾ ਜ਼ਮਾਨਾ ਆ ਗਿਆ, ਤੇ ਬਹੁਤ ਜ਼ਰੂਰੀ ਹੈ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰੀਏ। ਅੱਗੇ ਦਾ ਟਾਈਮ ਜੋ ਹੈ ਉਹ ਕਾਫੀ ਮੈਨੂੰ ਲੱਗਦਾ ਬਹੁਤ ਹਾਰਡ ਵਰਕ ਹੈ ਉਸ ਟਾਈਮ 'ਚ, ਤੇ ਬੱਚਿਆਂ ਨੂੰ ਤਿਆਰ ਕਰਨਾ, ਜਿਵੇਂ ਕਹਿ ਰਹੇ ਜਿਹਨਾਂ ਦੀ ਫੈਕੈਲਿਟੀ ਹੈ 50% ਦੇਅਰ ਉਹਨਾਂ ਨੇ ਬਾਹਰ ਤੋਂ ਪੜ੍ਹਿਆ ਹੈ, ਬਾਹਰ ਦੀ ਫੈਕੈਲਿਟੀ ਹੈ, ਮਤਲਬ ਕਿ ਹਰ ਟਾਈਪ ਦਾ ਇਨਵਾਇਰਮੈਂਟ ਜੋ ਹੈ ਉਹ ਆਪਣੇ ਬੱਚਿਆਂ ਨੂੰ ਦੇ ਰਹੇ ਨੇ। ਤੇ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਇਹੋ ਜਿਹੀ ਤੁਸੀਂ ਕਿੱਥੋਂ ਤੋਂ ਸਟਾਰਟ ਕੀਤਾ ਤੇ ਹੁਣ ਕਿੱਥੇ ਗੁਰੂ ਮਹਾਰਾਜ ਦੀ ਕਿਰਪਾ ਕਿੱਥੇ ਚੱਲ ਰਹੀ ਹੈ। ਤੇ ਅਸੀਂ ਬਸ ਇਹੀ ਦੁਆ ਕਰਦੇ ਹਾਂ, ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਇੱਦਾਂ ਹੀ ਆਪਣੇ ਕੋਰਸਿਸ ਤੁਸੀਂ ਅੱਗੇ ਵੱਧਦੇ ਜਾਓ, ਕਿਉਂਕਿ ਤੁਸੀਂ ਪੂਰੀ ਆਪਣੀ 2009 ਤੋਂ ਲੈ ਕੇ ਹੁਣ ਤੁਸੀਂ 16 ਦੀ ਗੱਲ ਕਰੀਏ, ਦੂਜੀ ਯੂਨੀਵਰਸਿਟੀ ਤੁਸੀਂ ਇੰਟਰੋਡਿਊਸ ਕੀਤੀ ਹੈ, ਤੇ ਹੋਰ ਵੀ ਇੱਦਾਂ ਹੋਣ ਜਾਣ। ਤੇ ਅਗਰ ਮੈਂ ਸਕੋਲਰਸ਼ਿਪਸ ਦੀ ਗੱਲ ਕਰਾਂ ਸਰ, ਤੇ ਸਕੋਲਰਸ਼ਿਪਸ ਦਾ ਕੀ ਲਾਈਕ ਪੈਕੇਜ ਹੈ ਉਹ ਤੁਸੀਂ ਦੱਸੋ। ਜਿਹੜੀ ਕੁਆਲੀਫਾਈਂਗ ਐਗਜ਼ਾਮ ਹੁੰਦਾ ਹੈ ਉਹਦੇ ਬੇਸ ਦੇ ਉੱਤੇ ਅਸੀਂ ਸਕੋਲਰਸ਼ਿਪ ਫਰੋਮ 20% ਟੂ 100% ਸਕੋਲਰਸ਼ਿਪ ਦਿੰਦੇ ਹਾਂ। ਔਰ ਜਿਹੜੀ ਸਕੋਲਰਸ਼ਿਪ ਪ੍ਰੋਗਰਾਮਸ ਹੈਗੇ ਨੇ, ਦੋ ਚੀਜ਼ਾਂ ਅਸੀਂ ਉਹਦੇ ਵਿੱਚ ਦੇਖਦੇ ਹਾਂ ਕਿ ਬੱਚਾ ਮੈਰੀਟੋਰੀਅਸ ਹੋਵੇ, ਪੜ੍ਹਨ 'ਚ ਚੰਗਾ ਹੋਵੇ। ਸੈਕੰਡਲੀ, ਜੇ ਕੋਈ ਵੀਕਰ ਸੈਕਸ਼ਨ ਤੋਂ ਵੀ ਬਿਲੋਂਗ ਕਰਦਾ, ਜਿਹਦੇ ਮਾਂ-ਬਾਪ ਦੀ ਕੈਪੈਸਿਟੀ ਪੇਇੰਗ ਕੈਪੈਸਿਟੀ ਨਹੀਂ ਹੈ, ਅਸੀਂ ਉਹਨਾਂ ਨੂੰ ਅਪ ਟੂ 100% ਸਕੋਲਰਸ਼ਿਪ ਵੀ ਮੁਹੱਈਆ ਕਰਾਉਂਦੇ ਨੇ, ਕੁਝ ਡਿਊ ਟੂ ਇਨ ਸਮ ਪਰਟੀਕੂਲਰ ਕੋਰਸਿਸ ਓਨਲੀ, ਰਾਈਟ। ਤੋ ਔਰ ਬਾਰਾਮੂਲਾ ਆਫਿਸ ਖੋਲ੍ਹਣ ਦਾ ਸਾਡਾ ਇੱਕ ਮੋਟਿਵ ਇਹ ਵੀ ਹੈਗਾ ਹੈ ਕਿ ਇੱਥੋਂ ਦੇ ਜਿਹੜੀ ਸਿੱਖ ਸੰਗਤ ਹੈਗੀ ਹੈ, ਇੱਥੋਂ ਦੇ ਜਿਹੜੇ ਸਿੱਖ ਸਟੂਡੈਂਟਸ ਹੈਗੇ ਨੇ, ਇਹਨਾਂ ਨੂੰ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਹਾਇਰ ਐਜੂਕੇਸ਼ਨ, ਬੈਸਟ ਵਰਲਡ ਕਲਾਸ ਐਜੂਕੇਸ਼ਨ ਜਿਹੜੀ ਹੈ ਅੰਡਰ ਸਕੋਲਰਸ਼ਿਪ ਪ੍ਰੋਵਾਈਡ ਕਰਾਈਏ। ਇੱਕ ਬੇਨਤੀ ਮੈਂ ਸੰਗਤ ਨੂੰ ਹੋਰ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੀ ਪੇਇੰਗ ਕੈਪੈਸਿਟੀ ਹੈਗੀ ਹੈ, ਦੇ ਸ਼ੁੱਡ encourage their students to study with us on full fees, ਔਰ ਜਿਨ੍ਹਾਂ ਦੀ ਪੇਇੰਗ ਕੈਪੈਸਿਟੀ ਨਹੀਂ ਹੈਗੀ, they should definitely approach us. We will definitely offer some of the good scholarship programs for them. ਔਰ ਸਕੋਲਰਸ਼ਿਪ ਤੋਂ ਇਲਾਵਾ ਇੱਕ ਚੀਜ਼ ਜੋ ਮੈਂ, ਬਿਕੋਜ਼ ਆਈ ਕੀਪ ਔਨ ਟਰੈਵਲਿੰਗ ਪੈਨ ਇੰਡੀਆ ਫॉर ਕੈਰੀਅਰ ਕਾਉਂਸਲਿੰਗ, ਮੈਂ ਦੂਜੇ ਸ਼ਹਿਰਾਂ 'ਚ ਵੀ ਜਾਣਾ, ਬੈਂਗਲੌਰ, ਹੈਦਰਾਬਾਦ, ਨਾਰਥ ਈਸਟਰਨ ਸਟੇਟਸ, ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ, ਆਈ ਕੀਪ ਔਨ ਟਰੈਵਲਿੰਗ ਟੂ ਡਿਫਰੈਂਟ ਪਲੇਸਿਸ। ਜਦੋਂ ਬੱਚੇ ਹਾਇਰ ਐਜੂਕੇਸ਼ਨ ਚੂਜ਼ ਕਰਦੇ ਨੇ, ਉਹਨਾਂ ਨੂੰ ਕੋਈ ਆਈਡੀਆ ਨਹੀਂ ਹੁੰਦਾ ਵੀ ਕਿਹੜਾ ਪਰਟੀਕੂਲਰ ਕੋਰਸ ਉਹਨਾਂ ਨੇ ਕਿਉਂ ਚੂਜ਼ ਕੀਤਾ ਹੈ। ਈਵਨ ਜਦੋਂ ਉਹਨਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ, ਦੇ ਆਰ ਨੋਵੇਅਰ। ਉਹਨਾਂ ਨੂੰ ਜਿਵੇਂ ਅਸੀਂ ਪੁੱਛੀਏ ਕਿ ਬੇਟਾ ਇਹ ਕੋਰਸ ਤੁਸੀਂ ਇਨੀਸ਼ੀਅਲੀ ਕਿਉਂ ਚੂਜ਼ ਕੀਤਾ ਸੀਗਾ, ਦੇ ਹੈਵ ਨੋ ਆਨਸਰ ਟੂ ਇਟ। ਆਈ ਥਿੰਕ ਕੈਰੀਅਰ ਕਾਉਂਸਲਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ, ਬਿਕੋਜ਼ ਜਿਤਨਾ ਪੰਜੇ ਉਂਗਲੀਆਂ ਇੱਕੋ ਜਿਹੀ ਨਹੀਂ ਹੁੰਦੀਆਂ, ਉਸੇ ਤਰੀਕੇ ਨਾਲ ਹਰ ਇੱਕ ਬੱਚੇ ਦਾ ਸਕਿੱਲ, ਕੰਪੀਟੈਂਸੀ ਲੈਵਲ, ਐਨਾਲਿਟੀਕਲ ਸਕਿੱਲਸ ਬੱਚੇ ਦੀਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਡਿਫਰੈਂਟ ਹੁੰਦੀਆਂ। ਆਈ ਥਿੰਕ ਉਸ ਨੂੰ ਸਕਿੱਲਸ ਨੂੰ ਐਨਾਲਾਈਜ਼ ਕਰਕੇ ਅਸੀਂ ਬੱਚਿਆਂ ਨੂੰ ਕੁਝ ਕੋਰਸਿਸ ਜਿਹੜੇ ਹੈ ਉਹਨਾਂ ਨੂੰ ਕੈਰੀਅਰ ਕਾਉਂਸਲਿੰਗ ਦੇ ਰਾਹੀਂ ਕਿਹੜੇ ਕੋਰਸ ਦਾ ਕੀ ਕੈਰੀਅਰ ਫਿਊਚਰ ਹੈਗਾ, ਕੀ ਉਹ ਬੱਚਾ ਉਹ ਪਰਟੀਕੂਲਰ ਕੋਰਸ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਕਿਉਂਕਿ ਮੈਂ ਪਲੇਸਮੈਂਟਸ ਪਿਛਲੇ 15 ਸਾਲਾਂ ਤੋਂ ਹੈਗਾ, ਮੈਂ ਦੇਖਿਆ ਕਿ ਜਿਨ੍ਹਾਂ ਬੱਚਿਆਂ ਦਾ ਮੈਥਮੈਟਿਕਸ ਕਮਜ਼ੋਰ ਰਹਿੰਦਾ, ਐਪਟੀਟਿਊਡ ਸਕਿੱਲਸ ਕਮਜ਼ੋਰ ਰਹਿੰਦੇ ਨੇ, ਉਹ ਬੀਟੈਕ ਆਪਟ ਕਰ ਲੈਂਦੇ ਨੇ। ਐਟ ਦੀ ਐਂਡ ਆਫ ਦ ਡੇ ਉਹਨਾਂ ਨੂੰ ਫਿਰ ਕੋਡਿੰਗ ਸਕਿੱਲਸ ਦੇ ਵਿੱਚ ਪ੍ਰੋਬਲਮ ਆਉਂਦੀ ਨੇ, ਔਰ ਫਿਰ ਅਨਇੰਪਲੋਇਮੈਂਟ ਜਨਰੇਟ ਕਰ। ਅਨਇੰਪਲੋਇਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਸਮੱਸਿਆ ਹੈ ਸਾਡੇ। ਉਸਦਾ ਰੀਜ਼ਨ ਇਹੋ ਹੀ ਹੈਗਾ ਹੈ ਕਿ ਬੱਚੇ ਇਨੀਸ਼ੀਅਲ ਲੈਵਲ 'ਤੇ ਕੋਰਸ ਚੂਜ਼ ਕਰਨ ਨੂੰ ਲੱਗ ਕੇ ਬਹੁਤ ਵੱਡੀ ਗਲਤੀ ਕਰਦੇ ਨੇ। ਅਸੀਂ ਆਫਿਸ ਬਾਰਾਮੂਲਾ ਇਸ ਕਰਕੇ ਖੋਲ੍ਹਿਆ ਹੈ ਤਾਂ ਕਿ ਸਟੂਡੈਂਟਸ ਇੱਥੇ ਆ ਕੇ ਇਨਡਾਇਰੈਕਟਲੀ ਸਾਡੇ ਨਾਲ ਸੰਪਰਕ ਕਰਨ, ਤਾਂ ਕਿ ਅਸੀਂ ਉਹਨਾਂ ਨੂੰ ਬੈਸਟ ਕੈਰੀਅਰ ਕਾਉਂਸਲਿੰਗ, ਬੈਸਟ ਕੋਰਸਿਸ ਬਾਰੇ ਜਾਣਕਾਰੀ ਦੇ ਸਕੀਏ। ਕੋਈ ਵੀ ਕੋਰਸ ਬੁਰਾ ਜਾਂ ਚੰਗਾ ਨਹੀਂ ਹੁੰਦਾ। ਸਾਨੂੰ ਕਈ ਪੁੱਛਦੇ ਕਿਹੜਾ ਕੋਰਸ ਚੰਗਾ ਹੈ, ਕਿਹੜਾ ਕੋਰਸ ਮਾੜਾ। ਕੋਈ ਵੀ ਕੋਰਸ ਬੁਰਾ ਜਾਂ ਚੰਗਾ ਨਹੀਂ ਹੁੰਦਾ। ਇਹ ਸਟੂਡੈਂਟ ਦੇ ਉੱਤੇ ਡਿਪੈਂਡ ਕਰਦਾ ਕਿ ਉਹਨੇ ਜਿਹੜਾ ਕੋਰਸ ਆਪਟ ਕਰਨਾ ਹੈ ਉਹ ਉਹਦੇ ਵਾਸਤੇ ਕਿੰਨਾ ਵਧੀਆ ਹੈਗਾ। ਤਾਂ ਆਈ ਥਿੰਕ ਕੈਰੀਅਰ ਕਾਉਂਸਲਿੰਗ ਵਾਸਤੇ ਇੱਕ ਬੱਚੇ ਦੀ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੈ ਕਿ ਉਹਦਾ ਗ੍ਰੇਡਸ ਕਿੰਨੇ ਨੇ 10th ਤੇ 12th ਵਿੱਚ, ਉਹਦੇ ਆਧਾਰ ਦੇ ਉੱਤੇ ਸਾਨੂੰ ਹਾਇਰ ਐਜੂਕੇਸ਼ਨ ਦਾ ਫੀਲਡ ਜਿਹੜਾ ਹੈ ਆਪਟ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਸੁਣਿਆ ਸੰਗਤ ਜੀ, ਤੁਸੀਂ ਸਾਰਾ ਸੁਣਿਆ ਕਿ ਕੀ ਫੈਸਿਲਿਟੀਜ਼ ਨੇ, ਫੈਕੈਲਿਟੀ ਨੇ, ਕੀ ਕੋਰਸਿਸ ਇਹ ਮੁਹੱਈਆ ਤੁਹਾਨੂੰ ਕਰਾਉਂਦੇ ਨੇ। ਅਤੇ ਮੈਂ ਜੋ ਵੀ ਬੱਚੇ ਸਾਡੀ ਇਹ ਵੀਡੀਓਜ਼ ਦੇਖ ਰਹੇ ਨੇ, ਖਾਸ ਕਰਕੇ ਜੋ ਪਾਸ ਆਊਟ ਨੇ 12th ਤੋਂ, ਹੁਣ ਸੋਚ ਰਹੇ ਨੇ ਕਿ ਕੀ ਕਰਨਾ ਹੈ ਕੀ ਨਹੀਂ, ਇੱਕ ਵਾਰ ਨਾ ਰਿਵਾਈਂਡ ਕਰਕੇ ਵੀਡੀਓ ਜ਼ਰੂਰ ਵੇਖਿਓ, ਕਿਉਂਕਿ ਸੁਣਿਓ ਕਿ ਕੀ ਕਹਿ ਰਹੇ ਨੇ। ਅਗਰ ਅਸੀਂ ਕਰੀਅਰ ਕਾਉਂਸਲਿੰਗ ਦੀ ਗੱਲ ਕਰੀਏ, ਅਤੇ ਅਗਰ ਅਸੀਂ ਬਾਰਾਮੂਲਾ ਦੀ ਗੱਲ ਕਰੀਏ ਜਾਂ ਕਸ਼ਮੀਰ ਦੀ ਗੱਲ ਕਰੀਏ, ਅਤੇ ਇਹ ਜੋ ਚੀਜ਼ ਹੈ ਨਾ, ਮੈਨੂੰ ਲੱਗਦਾ ਹਲੇ ਵੀ ਸਾਡੇ ਅੰਦਰ ਹੈ ਨਹੀਂ। ਕਿਉਂਕਿ ਕਰੀਅਰ ਕਾਉਂਸਲਿੰਗ ਸ਼ਾਇਦ ਅਗਰ ਕਿਸੇ ਪੇਰੈਂਟਸ ਨੂੰ ਆਪਾਂ ਕਹਾਂਗੇ
ਕਰਾਂਗੇ ਤੇ ਦੇ ਵਿਲ ਟੇਕ ਵੈਰੀ ਬਹੁਤ ਛੋਟੀ ਨਜ਼ਰ ਤੋਂ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ, ਕਿਉਂਕਿ ਅਸੀਂ ਹਮੇਸ਼ਾ ਲੈਗੇਸੀ ਫੋਲੋ ਕਰਦੇ ਹਾਂ ਕਿ ਅਗਰ ਉਸਨੇ ਇਹ ਕਰ ਦਿੱਤਾ ਅਸੀਂ ਵੀ ਇਹ ਕਰ ਦਾਂਗੇ, ਕਿਉਂਕਿ ਬੱਚੇ ਦੀ ਜੋ ਕੈਪੇਬਿਲਿਟੀ ਹੈ ਉਹ ਕੋਈ ਨਹੀਂ ਦੇਖਦਾ। ਤੇ ਉਸ ਦੇ ਕਾਰਨ ਜਿਵੇਂ ਸਰ ਨੇ ਕਿਹਾ ਕਿ ਅਨਇੰਪਲੋਇਮੈਂਟ ਜਨਰੇਟ ਹੁੰਦੀ ਹੈ, ਤੇ ਰੀਜ਼ਨ ਵੀ ਇਹੀ ਹੈ। ਫਿਰ ਅਸੀਂ ਗਵਰਨਮੈਂਟ ਨੂੰ ਦੋਸ਼ ਦਿੰਦੇ ਹਾਂ, ਫਿਰ ਅਸੀਂ ਸਰਕਮਸਟੈਂਸਸ ਨੂੰ ਦੋਸ਼ ਦਿੰਦੇ ਹਾਂ, ਪਰ ਅਸੀਂ ਮੈਨੂੰ ਲੱਗਦਾ ਦੋਸ਼ ਸਾਡਾ ਹੁੰਦਾ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਹੁਣ ਅਸੀਂ ਕੀ ਕਰਨਾ ਹੈ। ਕਿਉਂਕਿ ਆਏ ਦਿਨ ਅਸੀਂ ਦੇਖਦੇ ਹਾਂ ਕਿ 12th ਤੋਂ ਬਾਅਦ ਜੋ ਬੱਚੇ ਹੁੰਦੇ ਨੇ ਆਫਟਰ ਗ੍ਰੈਜੂਏਸ਼ਨ, ਇਵਨ ਕਿ PhD ਵਾਲੇ ਵੀ 3rd ਕਲਾਸ ਜੋ ਵੀ ਜੌਬਸ ਹੁੰਦੀਆਂ ਨੇ ਉੱਥੇ ਅਪਲਾਈ ਕਰਦੇ ਨੇ। ਇਟਸ ਵੈਰੀ ਅਨਫੋਰਚੂਨੇਟ ਕਿ ਅਗਰ ਇੱਕ PhD ਵਾਲਾ ਸਟੂਡੈਂਟ ਹੈ ਉਹ ਅਗਰ ਪਿਓਨ ਵਾਸਤੇ ਉਹ ਕਰੇਗਾ ਤੇ ਕਿੰਨਾ ਕੋ ਦੁੱਖ ਹੁੰਦਾ ਹੈ, ਕਿਉਂਕਿ ਉਹਨਾਂ ਨੇ ਆਪਣੀ ਡਿਗਰੀ ਗਲਤ ਚੁਣੀ ਸੀ। ਅਗਰ ਉਹਨਾਂ ਨੂੰ ਪਹਿਲੇ ਪਤਾ ਚੱਲ ਗਿਆ ਹੁੰਦਾ, ਉਹਨਾਂ ਦੀ ਕੈਰੀਅਰ ਕਾਉਂਸਲਿੰਗ ਹੁੰਦੀ ਹੋ, ਤੇ ਸ਼ਾਇਦ ਇਹ ਦਿਨ ਉਹਨਾਂ ਵਾਸਤੇ ਨਹੀਂ ਹੁੰਦਾ। ਤੇ ਜ਼ਰੂਰ ਇਹ ਵੀਡੀਓ ਵਧੀਆ ਤਰੀਕੇ ਨਾਲ ਵੇਖਿਓ, ਧਿਆਨ ਨਾਲ ਸੁਣਿਓ। ਜੋ ਕੋਰਸਿਸ ਇਹ ਤੁਹਾਨੂੰ ਦਿੰਦੇ ਨੇ, ਇੱਕ ਬਹੁਤ ਵਧੀਆ ਗੱਲ ਇਹਨਾਂ ਨੂੰ ਇੱਕ ਹੋਰ ਦੱਸੀ ਸੀ ਕਿ ਸਾਥ-ਸਾਥ ਇਹ ਕੰਪੀਟੀਟਿਵ ਐਗਜ਼ਾਮਸ ਵੀ ਦੀ ਪੜ੍ਹਾਈ ਕਰਾਉਂਦੇ ਨੇ ਐਂਡ ਫ੍ਰੀ ਆਫ ਕਾਸਟ। ਇਟਸ ਵੈਰੀ ਬਿਗ ਥਿੰਗ, ਬਹੁਤ ਵੱਡੀ ਚੀਜ਼ ਹੈ ਕਿ ਮਤਲਬ ਕਿ ਅਗਰ ਬੱਚਾ ਆਪਣੀ ਰੈਗੂਲਰ ਸਟੱਡੀਜ਼ ਵੀ ਕਰ ਰਿਹਾ ਹੈ ਤੇ ਨਾਲ ਹੋਰ ਵੀ ਪੜ੍ਹ ਰਿਹਾ ਹੈ ਤੇ ਕਿੰਨਾ ਕੁ ਚੰਗੀ ਚੀਜ਼ ਹੈ, ਬੱਚਾ ਕਿੰਨਾ ਕੁਝ ਸਿੱਖ ਰਿਹਾ ਹੈ। ਤੇ ਮੈਨੂੰ ਲੱਗਦਾ ਜੋ ਆਪਣੀ ਯੂਨੀਵਰਸਿਟੀ ਵਿੱਚ ਤੁਸੀਂ ਜੋ ਵੀ ਕੋਰਸਿਸ ਕਰਵਾਉਂਦੇ ਹੋ, ਫੈਸਿਲਿਟੀ ਜਿਸ ਦੀ ਵੀ ਮੈਂ ਗੱਲ ਕਰਾਂ, ਇਨਵਾਇਰਨਮੈਂਟ ਦੀ ਗੱਲ ਕਰਾਂ, ਤੁਸੀਂ ਡੇ ਟੂ ਡੇ ਲਾਈਫ ਨੂੰ ਵੇਖ ਕੇ ਅੱਗੇ ਚੱਲਦੇ। ਕਿਉਂਕਿ ਮੈਂ ਇਹਨਾਂ ਨਾਲ ਗੱਲ ਕੀਤੀ, ਮੈਨੂੰ ਇੰਨਾ ਕੁ ਸਮਝ ਆਇਆ ਕਿ ਜੋ ਵੀ ਇਹ ਆਪਣੇ ਕੋਰਸਿਸ ਕਰਵਾਉਂਦੇ ਨੇ, ਯੂਨੀਵਰਸਿਟੀ ਹੈ, ਇਹ ਡੇ ਟੂ ਡੇ ਜੋ ਸਾਡੀ ਲਾਈਫ ਹੈ ਇਹ ਉਸ ਨੂੰ ਵੇਖ ਕੇ ਅੱਗੇ ਚੱਲਦੇ ਨੇ ਐਂਡ ਉਹੀ ਚੀਜ਼ ਬਹੁਤ ਵੱਡੀ ਚੀਜ਼ ਹੈ। ਤੇ ਸੰਗਤ ਜੀ ਜ਼ਰੂਰ ਇਸ ਵੀਡੀਓ ਨੂੰ ਵੇਖਿਓ, ਸ਼ੇਅਰ ਕਰਿਓ, ਇੱਕ ਵਾਰ ਜ਼ਰੂਰ ਧਿਆਨ ਨਾਲ ਸੁਣਿਓ। ਤੇ ਇਸ ਜੋ ਵੀ ਬਾਰਾਮੂਲਾ ਦੀ ਸੰਗਤ ਲਈ ਖਾਸ ਕਰ ਇਹ ਅਪੀਲ ਹੈ ਕਿ ਜੋ ਵੀ ਬੱਚੇ ਨੇ, ਸਾਡੇ ਪੇਰੈਂਟਸ ਨੇ, ਇਵਨ ਪੇਰੈਂਟਸ ਵੀ ਆ ਕੇ ਕੈਰੀਅਰ ਕਾਉਂਸਲਿੰਗ ਆਪਣੇ ਬੱਚਿਆਂ ਦੀ ਕਰ ਸਕਦੇ ਨੇ। ਬਿਕਾਜ਼ ਅਗਰ ਸਾਡੇ ਪਹਿਲੇ ਤੇ ਹੁੰਦਾ ਸੀ ਕਿ ਇੱਥੇ ਕੋਈ ਹੈ ਨਹੀਂ, ਕਿਉਂਕਿ ਇਹ ਮੈਨੂੰ ਲੱਗਦਾ ਇਸ ਦਾ ਫਸਟ ਯੂਨੀਵਰਸਿਟੀ ਜੋ ਉੱਥੋਂ ਤੋਂ ਆ ਕੇ ਇਹਨਾਂ ਨੇ ਇੱਥੇ ਆਪਣਾ ਆਫਿਸ ਸਟਾਰਟ ਕੀਤਾ। ਸਰ ਆਈ ਥੈਂਕ ਯੂ ਫਰੋਮ ਆਲ ਮਾਈ ਹਾਰਟ ਕਿ ਤੁਸੀਂ ਇੱਥੇ ਆ ਕੇ ਸਾਡੇ ਲਈ ਇਨੀਸ਼ੀਏਟਿਵ ਲਿੱਤਾ ਹੋਇਆ ਹੈ, ਸਾਡੇ ਬੱਚਿਆਂ ਲਈ ਇਹ ਇਨੀਸ਼ੀਏਟਿਵ ਲਿੱਤਾ ਹੋਇਆ ਹੈ। ਤੇ ਜ਼ਰੂਰ ਇੱਥੇ ਤੁਸੀਂ ਇੱਕ ਵਾਰ ਆਏ ਹੋ, ਉੱਥੇ ਦੇਖਿਓ, ਕਿਉਂਕਿ ਕੋਰਸਿਸ ਜੋ ਵੀ ਤੁਹਾਨੂੰ ਮੈਨੂੰ ਲੱਗਦਾ ਹੋਰ ਕਿਤੇ ਜਾਣ ਦੀ ਤੇ ਹੁਣ ਲੋੜ ਹੀ ਨਹੀਂ, ਤੁਹਾਨੂੰ ਗੂਗਲ ਤੇ ਸਰਚ ਕਰਨ ਦੀ ਲੋੜ ਹੀ ਨਹੀਂ। ਇੱਥੇ ਆਓ, ਤੁਸੀਂ ਫੇਸ ਟੂ ਫੇਸ ਗੱਲ ਕਰੋ, ਜੋ ਵੀ ਤੁਹਾਡੇ ਡਾਊਟਸ ਨੇ ਅਬਾਊਟ ਦ ਫਰਦਰ ਸਟੱਡੀਜ਼ ਤੁਸੀਂ ਇੱਥੇ ਤੇ ਜ਼ਰੂਰ ਇੱਕ ਵਾਰ ਇੱਧਰ ਆਇਓ। ਜੋ ਵੀ ਤੁਹਾਡੇ ਡਾਊਟਸ ਨੇ ਅਬਾਊਟ ਫਰਦਰ ਸਟੱਡੀਜ਼ ਨੇ, ਪੇਰੈਂਟਸ ਵੀ ਆ ਸਕਦੇ ਨੇ, ਸਟੂਡੈਂਟਸ ਵੀ ਆ ਸਕਦੇ ਨੇ, ਕਿਉਂਕਿ ਹੁਣ ਤੁਹਾਨੂੰ ਗੂਗਲ ਤੇ ਸਰਚ ਕਰਨ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਫੋਨ ਤੇ ਕਾਉਂਸਲਿੰਗ ਕਰਨ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਕੋਲ ਸਰ ਆਪੇ ਨੇ। ਤੇ ਸਰ ਨੇ ਪਹਿਲੇ ਵੀ ਦੱਸਿਆ ਕਿ ਪੂਰੇ ਇੰਡੀਆ 'ਚ ਟਰੈਵਲ ਕਰਦੇ ਨੇ ਫॉर ਕੈਰੀਅਰ ਕਾਉਂਸਲਿੰਗ, ਤੇ ਇਹਨਾਂ ਨੇ ਹਰ ਇੱਕ ਬੱਚੇ ਦੀ ਕੈਪੇਬਿਲਿਟੀ ਦੇਖੀ ਹੈ, ਕਿਉਂਕਿ এনवायरमेंट ਵੇਖਿਆ ਹੈ। ਤੇ ਜੋ ਇਹ ਸਾਰੇ ਫੈਕਟਰਸ ਨੇ ਇਹ ਇੱਕ ਬੱਚੇ ਦੀ ਕੈਪੇਬਿਲਿਟੀਜ਼ ਬਿਲਡ ਕਰਦੇ ਨੇ, ਤੇ ਇਹਨਾਂ ਨੇ ਇਹ ਸਾਰਾ ਕੁਝ ਵੇਖਿਆ ਹੋਇਆ ਹੈ। ਤੇ ਮੈਂ ਤੁਹਾਡੇ ਸਾਰਿਆਂ ਤੋਂ ਰਿਕੁਐਸਟ ਕਰਦੀ ਹਾਂ ਜ਼ਰੂਰ ਇੱਧਰ ਆਇਓ, ਇੱਥੇ ਡਿਸਕਸ ਕਰਿਓ ਆਪਣੇ ਜੋ ਵੀ ਡਾਊਟਸ ਨੇ ਐਂਡ ਮੈਂ ਇਹ ਕਹਿ ਸਕਦੀ ਹਾਂ ਕਿ ਤੁਹਾਨੂੰ ਸਾਰੇ ਜੋ ਤੁਹਾਡੇ ਡਾਊਟਸ ਨੇ ਜ਼ਰੂਰ ਕਲੀਅਰ ਇੱਥੇ ਹੋਣਗੇ। ਤੇ ਜੋ ਐਡਰੈਸ ਹੈ ਇੱਥੇ ਦੇ ਹੈ ਨੀਅਰ ਵੂਮਨ ਡਿਗਰੀ ਕਾਲਜ ਬਾਰਾਮੂਲਾ, ਤੇ ਬਹੁਤ ਨੇੜੇ ਹੀ ਹੈ ਬਾਰਾਮੂਲਾ ਤੇ ਜ਼ਰੂਰ ਇੱਥੇ ਆਇਓ। ਐਂਡ ਸਰ ਆਈ ਥੈਂਕ ਯੂ ਵੰਸ ਅਗੇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।